रखो। ਟਿਵਾਣਾ रेडी ਦੇ ਸਤਿਕਾਰਯੋਗ ਸਰੋਤੇ, मैं ਤੁਹਾਡਾ दोस्त परमिंदर सिंह ਟਿਵਾਣਾ ਤੇ ਹੁਣ ਤੁਹਾਨੂੰ ਸੁਣਾ ਰਿਹਾ ਰਾਮਚੰਦਰ ਗੁਹਾ ਹੋਗੇ ਇਤਿਹਾਸਕਾਰ ਨੇ ਕੱਟੜਪੰਥੀ ਸਿਆਸਤ ਦਾ ਪਸਾਰ। ਆਰਐਸਐਸ ਜਾਂ ਕੱਟੜਪੰਥੀ ਸਿਆਸਤ ਦੇਸ਼ ਦੇ ਵਿੱਚ ਕਿਵੇਂ ਆਈ, ਇਹਦੇ ਬਾਰੇ ਬੜਾ ਖੋਜ ਭਰਪੂਰ ਆਰਟੀਕਲ ਹੈ ਉਹਨਾਂ ਦਾ। ਟਿਵਾਣਾ ਰੇਡੀਓ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ। ਸਾਡੀ ਵੈਬਸਾਈਟ tiwanaradio.com ਤੇ ਪੰਜਾਬੀ 'ਚ ਖਬਰਾਂ ਭਾਰਤੀ ਸਮੇਂ ਮੁਤਾਬਕ 6-7 ਵਜੇ ਤੱਕ ਆ ਜਾਂਦੀਆਂ ਨੇ ਇੰਡੀਅਨ ਟਾਈਮ। ਉੱਥੇ ਰੇਡੀਓ ਵੀ ਲਾਈਵ ਸੁਣਦਾ, ਉੱਥੇ ਸਾਡੇ ਵੱਖ-ਵੱਖ ਲਿੰਕ ਮਿਲਦੇ ਨੇ। ਫੇਸਬੁੱਕ ਤੇ YouTube ਤੇ ਆਪਾਂ ਲਾਈਵ ਹੁੰਦੇ ਆ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਇੰਡੀਅਨ ਟਾਈਮ। ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਆਪਣਾ ਪਟਿਆਲਾ ਸਟੂਡੀਓ ਦਾ ਮੇਰਾ ਸੰਪਰਕ ਨੰਬਰ ਹੈ, ਆਪਣਾ WhatsApp ਗਰੁੱਪ ਨੰਬਰ ਵੀ ਹੈ ਜਿਸ ਤੇ ਤੁਹਾਨੂੰ YouTube ਦਾ ਲਿੰਕ ਆਪਾਂ ਸੈਂਡ ਕਰਦੇ ਹਾਂ। ਉਹ ਨੰਬਰ ਹੈ 9876309655 9876309655। ਇਸੇ ਤਰ੍ਹਾਂ ਜੇ ਅਮਰੀਕਾ ਦੇ ਵਿੱਚੋਂ ਤਾਂ ਇੱਕ ਫੋਨ ਨੰਬਰ ਹੈ, ਉਸ ਤੇ ਡਾਇਲ ਕਰੋ। ਉਸ ਫੋਨ ਨੰਬਰ ਤੇ ਤੁਸੀਂ ਰੇਡੀਓ ਸੁਣ ਸਕਦੇ ਹੋ। ਉਹ ਨੰਬਰ ਹੈ 667-930-9260 6679309260 ਤੇ ਉੱਥੇ ਆਪਣੀ ਵੈਬਸਾਈਟ ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਵੀ ਮਿਲਣਗੇ, ਇੰਸਟਾਲ ਕਰੋ। ਰਾਮਚੰਦਰ ਗੁਹਾ ਹੋਗੇ ਹਿਸਟੋਰੀਅਨ ਲਿਖਦੇ ਨੇ ਕਿ ਉੱਤਰ ਪ੍ਰਦੇਸ਼ ਦੀ ਸ਼ਾਰਦਾ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਇੱਕ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਵਿੱਚ ਇਹ ਪ੍ਰਸ਼ਨ ਪਾ ਦਿੱਤਾ ਕਿ ਤੁਸੀਂ ਫਾਸ਼ੀਵਾਦ, ਨਾਜ਼ੀਵਾਦ ਤੇ ਕੱਟੜਪੰਥੀ ਹਿੰਦੂਵਾਦ ਦਰਮਿਆਨ ਕੋਈ ਸਮਾਨਤਾਵਾਂ ਦੇਖਦੇ ਹੋ? ਇਸ ਦਾ ਤਰਕ ਸਹਿਤ ਖੁਲਾਸਾ ਕਰੋ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਅਧਿਆਪਕ ਨੂੰ ਇਸ ਬਨਾਹ ਤੇ ਮੁਅੱਤਲ ਕਰ ਦਿੱਤਾ ਕਿ ਇਹ ਸਵਾਲ ਪੁੱਛਣਾ ਮੁਲਕ ਦੀ ਮਹਾਨ ਰਾਸ਼ਟਰੀ ਪਛਾਣ ਦੇ ਖਿਲਾਫ ਹੈ ਤੇ ਨਾਲ ਸਮਾਜਿਕ ਬਦਅਮਨੀ ਫੈਲਣ ਦਾ ਖਤਰਾ ਹੈ। ਫਾਸੀਵਾਦ, ਨਾਜ਼ੀਵਾਦ ਤੇ ਕੱਟੜਪੰਥੀ ਹਿੰਦੂ ਸਿਆਸਤ, ਇਹ ਇੱਕ ਆਮ ਸਵਾਲ ਸੀ। ਕੱਟੜਪੰਥੀ ਸਿੱਖ ਸਿਆਸਤ ਤੇ ਵੀ ਪੁੱਛਿਆ ਜਾ ਸਕਦਾ, ਕੱਟੜਪੰਥੀ ਇਸਲਾਮਿਕ ਸਿਆਸਤ ਤੇ ਵੀ ਪੁੱਛਿਆ ਜਾ ਸਕਦਾ। ਜੇ ਅਸੀਂ ਫਾਸ਼ੀਵਾਦ, ਨਾਜ਼ੀਵਾਦ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜਾ ਧਾਰਮਿਕ ਕੱਟੜਵਾਦ ਹੈ ਉਹਦੀ ਗੱਲ ਕਿਉਂ ਨਹੀਂ ਕਰ ਸਕਦੇ? ਉਸ ਨੂੰ ਸਸਪੈਂਡ ਕਰ ਦਿੱਤਾ, ਮੁਅੱਤਲ ਕਰ ਦਿੱਤਾ। ਇਸ ਕਾਲਮ ਵਿੱਚ ਉਸ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇਣ ਦਾ ਯਤਨ ਹੈ ਸ਼ਾਰਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ, ਜੋ ਵਰਜਿਤ ਕਰਾਰ ਦਿੱਤਾ। ਮੁੱਖ ਸਰੋਤ ਵਜੋਂ ਮੈਂ ਇਤਾਲਵੀ ਇਤਿਹਾਸਕਾਰ ਮਾਰਜੀਆ ਕਾਲੋਸਾਰੀ ਦੀਆਂ ਲਿਖਤਾਂ ਦਾ ਸਹਾਰਾ ਲਿਆ, ਖਾਸ ਕਰਕੇ ਉਹਨਾਂ ਦਾ ਲੇਖ ਹਿੰਦੂਤਵਾਜ਼ ਫਰੇਨ ਟਾਈਅਪ ਇਨ ਦਾ 1930, ਯਾਨੀ ਕਿ 1930ਵਿਆਂ ਦੇ ਵਿੱਚ ਹਿੰਦੂਤਵ ਦਾ ਵਿਦੇਸ਼ੀ ਜੋੜ, ਕਿ ਇਸ ਹਿੰਦੂਤਵ ਦਾ 1930 ਦੇ ਵਿੱਚ ਵਿਦੇਸ਼ਾਂ ਦੇ ਨਾਲ ਕੀ ਜੋੜ ਸੀ। ਸਨ 2000 ਦੇ ਵਿੱਚ ਇਕਨੋਮਿਕਸ ਐਂਡ ਪੋਲੀਟੀਕਲ ਵੀਕਲੀ ਮੈਗਜ਼ੀਨ ਦੇ ਵਿੱਚ ਇਹ ਛਪਿਆ ਸੀ ਆਰਟੀਕਲ ਰਾਮਚੰਦਰ ਗੁਹਾ ਦਾ, ਕਿਉਂਕਿ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਦੇ ਆਰਟੀਕਲ ਕਿਤਾਬਾਂ ਛਪਦੀਆਂ ਨੇ। ਤੇ 20 ਸਾਲ ਬਾਅਦ ਛਪੀ ਕਿਤਾਬ ਸ਼ੈਡੋ ਆਫ ਦਾ ਸਵਾਸਤਿਕ, The Relationship Between Radical Nationalism, Italian Fascism and Nazism, ਕਿ ਸਵਾਸਤਿਕ ਦਾ ਜਿਹੜਾ ਚਿੰਨ੍ਹ ਹੈ ਉਸ ਦਾ ਜਿਹੜਾ ਰਿਲੇਸ਼ਨਸ਼ਿਪ ਬਿਟਵੀਨ ਰੈਡੀਕਲ ਨੈਸ਼ਨਲਿਜ਼ਮ, ਇਟਾਲੀਅਨ ਫਾਸਿਜ਼ਮ ਐਂਡ ਨਾਜ਼ੀਜ਼ਮ, ਕਿ ਇਸ ਸਵਾਸਤਿਕ ਦਾ ਕੀ ਰਿਲੇਸ਼ਨ ਹੈ ਨਾਜ਼ੀਜ਼ਮ ਤੇ ਫਾਸਿਜ਼ਮ ਦੇ ਨਾਲ। ਇਹ ਜਿਹੜਾ ਆਰਟੀਕਲ ਸੀ ਇਟਾਲੀਅਨ ਇਤਿਹਾਸਕਾਰ ਮਾਰਜੀਆ ਕਾਲੋਸਾਰੀ ਦਾ, ਇਹ 1930 ਦੇ ਵਿੱਚ ਛਪਿਆ ਤੇ ਉਹੀ ਆਰਟੀਕਲ ਸਨ 2000 ਦੇ ਵਿੱਚ ਇਕਨੋਮਿਕਸ ਐਂਡ ਪੋਲੀਟੀਕਲ ਵੀਕਲੀ ਮੈਗਜ਼ੀਨ ਦੇ ਵਿੱਚ ਛਪਿਆ। ਤੇ 20 ਸਾਲ ਬਾਅਦ ਛਪੀ ਕਿਤਾਬ ਸ਼ੈਡੋ ਆਫ ਦੀ ਸਵਾਸਤਿਕ, ਦੀ ਰਿਲੇਸ਼ਨਸ਼ਿਪ ਬਿਟਵੀਨ ਰੈਡੀਕਲ ਨੈਸ਼ਨਲਿਜ਼ਮ, ਇਟਾਲੀਅਨ ਫਾਸਿਜ਼ਮ ਐਂਡ ਨਾਜ਼ੀਜ਼ਮ। ਇਹ ਚੀਜ਼ਾਂ ਦੋਸਤੋ ਜਿਹੜੇ ਆਮ ਪਾਠਕ ਨੇ ਨਾ ਆਪਣੇ, ਉਹਨਾਂ ਨੂੰ ਬਹੁਤ ਸਮਝਣ ਦੀ ਜ਼ਰੂਰਤ ਹੈ। ਜਿਹੜੇ ਪੜ੍ਹੇ ਲਿਖੇ ਵਿਦਵਾਨ ਨੇ ਉਹਨਾਂ ਚੀਜ਼ਾਂ ਨੂੰ ਸਮਝਦੇ ਨੇ, ਪਰ ਅਸੀਂ ਜਿਹੜੇ ਆਮ ਲੋਕ ਹਾਂ, ਜਿਹੜੇ ਮੇਰੇ ਵਰਗੇ ਅਸੀਂ ਪੱਠੇ ਵੱਢ ਲੋਕ ਹਾਂ, ਸਾਨੂੰ ਇਹ ਚੀਜ਼ ਸਮਝਣੀ ਪੈਂਦੀ ਹੈ ਕਿ ਇਹ ਜਿਹੜੀ ਸਿਮਰਜੀਤ ਮਾਨ ਹੋਰਾਂ ਦੀ ਜਾਂ ਕੱਟੜਪੰਥੀ ਸਿਆਸਤ, ਇੱਥੋਂ ਤੱਕ ਕਿ ਭਾਈ ਸਰਦਾਰ ਕਪੂਰ ਸਿੰਘ ਦੀ ਜਿਹੜੀ ਸਿਆਸਤ ਉਹ ਕੀ ਸੀ। ਅਸੀਂ ਧਰਮ ਦੇ ਪ੍ਰਭਾਵ 'ਚ ਆ ਜਾਂਦੇ ਹਾਂ, ਪਰ ਸਰਦਾਰ ਕਪੂਰ ਸਿੰਘ ਵੀ ਅੰਗਰੇਜ਼ਾਂ ਦਾ ਨੌਕਰ ਸੀ, ICS ਸੀ, ਕੱਟੜ ਸਿੱਖ ਸੀ। ਉਹਨੇ ਉਹ ਪਾਰਟੀਆਂ ਨੂੰ ਸਪੋਰਟ ਕੀਤਾ ਜਿਹੜੀਆਂ ਅੰਗਰੇਜ਼ਾਂ ਦੀ ਸਰਪ੍ਰਸਤੀ ਕਰਦੀਆਂ ਸੀ। ਉਹ ਲਿਖਦਾ ਕਿ ਅੰਗਰੇਜ਼ਾਂ ਦਾ ਰਾਜ ਬੜਾ ਇਮਾਨਦਾਰ ਰਾਜ ਸੀਗਾ। ਇੰਦਰ ਸਿੰਘ ਅੱਗਾ ਕੋਟ ਕਰਦਾ ਉਹਦੀਆਂ ਗੱਲਾਂ ਨੂੰ। ਇਸੇ ਤਰ੍ਹਾਂ ਇਸਲਾਮਿਕ ਕੱਟੜ ਸਿਆਸਤ ਹੈ, ਹਿੰਦੂ ਕੱਟੜ ਸਿਆਸਤ ਹੈ, ਸਾਨੂੰ ਸਮਝਣੀ ਚਾਹੀਦੀ ਹੈ, ਕਿਉਂਕਿ ਭਾਰਤ ਨੇ ਜੇ ਬਚਣਾ ਤਾਂ ਲਿਬਰਲ ਹੋ ਕੇ ਹੀ ਭਾਰਤ ਬਚੇਗਾ। ਈਵਨ ਦੁਨੀਆ ਦਾ ਕੋਈ ਵੀ ਮੁਲਕ ਜੇ ਕੱਟੜ ਹੋਏਗਾ ਤੇ ਪਾਕਿਸਤਾਨ ਦੀ ਤਾਂ ਉਹ ਮਰੇਗਾ। ਇਹ ਕੰਧ ਤੇ ਲਿਖਿਆ ਸੱਚ ਹੈ। RSS ਵਾਲਿਓ ਸਮਝ ਲਓ, ਜਿਸ ਪਾਸੇ ਨੂੰ ਤੁਸੀਂ ਜਾ ਰਹੇ ਹੋ ਇਹ ਸ਼ਾਂਤ ਲਾਵਾ ਤੁਹਾਨੂੰ ਦਿਖਾਈ ਦੇ ਰਿਹਾ।
पर पिछे कारपोरेट है अपनी गेम ला रहा हो। खैर रामचंद्र गुहा लिखते ने कि कासोलारी का कारज इटली, भारत ते बरतानिया के पुरा लिखालियां दे विचों निठ के उसने खोज की ते वख-वख भाषावां दी मूल लिखतां दी समगरी ते आधारित है। तुसीं आ रोज दी कांबू सुणदे नालों इस आर्टिकल नूं मैं समझदा ना जे एक वारी समझ नहीं आया दूजी वारी जरूर सुणिओ। ये मैं आर्टिकल अलग करके इसनूं पावांगा। जे असीं आउण वाले समय 'च अपने नियाणे सुखी रखने ने तां सानूं समझना होएगा, खास करके हिंदुआं नूं, सिखां नूं, मुसलमानां नूं, कि ये गेम की चलती है विश्व पद्धर ते। इस दौरान उस इटालियन खोजी कासोलारी ने इंग्लैंड, भारत दे जिहड़े पूरे लिखालिया सी लाइब्रेरियां उन्हां ते खोज कीती। RSS दे हिंदू कट्टड़वाद दे विदेशां नाल फासीवाद, नाजीवाद नाल जिहड़े संबंध सी उन्हां नूं खोजिया। 1930 ਦੇ ਵਿੱਚ ਉਹਨਾਂ ਨੇ ਆਰਟੀਕਲ ਲਿਖਿਆ ਕਿ ਹਿੰਦੂਤਵ ਦਾ ਵਿਦੇਸ਼ੀ ਜੋੜ ਤੋੜ ਕੀ ਸੀਗਾ। ਉਹਨਾਂ ਦਰਸਾਇਆ ਕਿ ਕਿਵੇਂ ਮਰਾਠੀ ਪ੍ਰੈਸ ਨੇ 1920 ਤੇ 1930 ਦੇ ਵਿੱਚ ਇਸ ਧਾਰਨਾ ਨਾਲ ਇਟਲੀ ਦੇ ਵਿੱਚ ਫਾਸ਼ੀਵਾਦ ਦੇ ਉਭਾਰ ਨੂੰ ਬਹੁਤ ਦਿਲਚਸਪੀ ਨਾਲ ਕਵਰ ਕੀਤਾ। ਯਾਨੀ ਮਰਾਠਾ ਪ੍ਰੈਸ ਨੇ ਇਟਲੀ ਦੇ ਵਿੱਚ ਫਾਸ਼ੀਵਾਦ ਦੇ ਉਭਾਰ ਨੂੰ ਬਹੁਤ ਦਿਲਚਸਪੀ ਨਾਲ ਛਾਪਿਆ। ਭਾਰਤ ਦੇ ਵਿੱਚ ਇਹੋ ਜਿਹੀ ਵਿਚਾਰਧਾਰਾ ਰਾਹੀਂ ਪਛੜੇ ਹੋਏ ਖੇਤੀਬਾੜੀ ਮੁਲਕ ਨੂੰ ਵਿਕਸਿਤ ਸਨਅਤੀ ਸ਼ਕਤੀ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਸੀ, ਪਰ ਸਮਾਜ ਅੰਦਰਲੀ ਵਿਵਸਥਾ ਤੇ ਇਕਸਾਰਤਾ ਕਾਇਮ ਕੀਤੀ ਜਾ ਸਕਦੀ ਸੀ। ਇਸ ਹਿਸਟੋਰੀਅਨ ਕਾਸੋਲਾਰੀ ਨੇ ਮੋਸੋਲਿਨੀ ਅਤੇ ਫਾਸ਼ੀਵਾਦ ਬਾਰੇ ਇਹ ਰੋਸ਼ਨੀ ਪਾਉਣ ਵਾਲੇ ਇਹਨਾਂ ਬਹੁਤ ਸਾਰੇ ਲੇਖਾਂ ਦਾ ਹਵਾਲਾ ਦਿੱਤਾ, ਜਿਸ ਨੂੰ ਸ਼ਾਇਦ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਮੋਢੀ ਆਗੂ KB ਹੈਡਗੇਵਰ, ਜਿਹਦਾ ਆਰਟੀਕਲ ਹੁਣ ਕਰਨਾਟਕਾ ਚਲਾਏ ਜਾ ਰਹੇ ਨੇ, ਜਿੱਥੋਂ ਚੱਡੀ ਗੈਂਗ ਦੀ ਸ਼ੁਰੂਆਤ ਹੋਈ ਨਿਕਰਾਂ ਸਾੜਨ ਦੀ, ਸੰਘ ਦੇ ਮੁਖੀ ਹੈਡਗਵੇਰ ਅਤੇ MS ਗੋਵਲਕਰ ਅਤੇ ਹਿੰਦੂ ਮਹਾਸਭਾ ਦੇ ਮੋਢੀ ਆਗੂ VD ਸਵਰਕਰ, ਜਿਹਨੂੰ ਵੀਰ ਸਵਰਕਰ ਕਹਿੰਦੇ ਨੇ, ਅਤੇ BS ਮੁੰਜੇ ਵਰਗਿਆਂ ਨੇ ਪੜ੍ਹਿਆ ਹੋਵੇਗਾ। ਇਹਨਾਂ ਚਾਰੇ ਆਗੂਆਂ ਦੀ ਮਾਤ ਭਾਸ਼ਾ ਮਰਾਠੀ ਸੀ। ਜਾਣੀ ਜਿਸ ਮਰਾਠੀ ਪ੍ਰੈਸ ਨੇ ਇਹ ਫਾਸ਼ੀਵਾਦ ਤੇ ਮੁਸੋਲਿਨੀ ਅਤੇ ਫਾਸ਼ੀਵਾਦ ਬਾਰੇ ਜੋ ਲਿਖਿਆ ਤੇ ਇਹਨਾਂ ਨੂੰ RSS ਤੇ ਇਹਨਾਂ ਚਾਰ ਆਗੂਆਂ ਨੇ ਪੜ੍ਹਿਆ ਹੋਵੇਗਾ, ਕਿਉਂਕਿ ਇਹ ਚਾਰ ਆਗੂਆਂ ਦੀ ਮਾਂ ਬੋਲੀ ਮਰਾਠੀ ਸੀ। ਇਸੇ ਤਰ੍ਹਾਂ ਜਿਵੇਂ ਕਾਸੋਲਾਰੀ ਨੇ ਲਿਖਿਆ ਕਿ 1920ਵਿਆਂ ਦੇ ਅਖੀਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਫਾਸ਼ੀਵਾਦ ਸ਼ਾਸਨ ਤੇ ਮੁਸੋਲਿਨੀ ਦੇ ਕਾਫੀ ਹਮੈਤੀ ਹੋ ਗਏ। ਹਿੰਦੂ ਰਾਸ਼ਟਰਵਾਦੀਆਂ ਨੂੰ ਫਾਸ਼ੀਵਾਦ ਦੇ ਪਹਿਲੂ ਡਰਾਉਂਦੇ ਸੀ, ਹਾਲਾਂਕਿ ਉਹ ਪਹਿਲੇ ਝਟਕੇ ਇਸ ਤੋਂ ਡਰਦੇ ਸੀ, ਜਿਸ ਬਾਰੇ ਖਿਆਲ ਕੀਤਾ ਜਾਂਦਾ ਕਿ ਉਹਨਾਂ ਨੇ ਇਟਲੀ ਦੇ ਸਮਾਜ ਅੰਦਰ ਦੀ ਅਰਾਜਕਤਾ ਨੂੰ ਦੂਰ ਕਰਕੇ ਵਿਵਸਥਾ ਲਿਆਂਦੀ ਸੀ, ਇਸ ਦਾ ਫੌਜੀਕਰਨ ਕੀਤਾ ਸੀ। ਇਸ ਨੂੰ ਲੋਕਤੰਤਰ ਦੇ ਹਾਂਦਰੂ ਹਾਂ ਪੱਖੀ ਬਦਲ ਵਜੋਂ ਪੂਰੀ ਤਰ੍ਹਾਂ ਲੋਕਤੰਤਰੀ ਵਿਰੋਧੀ ਪ੍ਰਣਾਲੀ ਗਿਣਿਆ ਜਾਂਦਾ ਸੀ, ਜਦੋਂ ਕਿ ਲੋਕਤੰਤਰ ਨੂੰ ਬਰਤਾਨਵੀ ਸੰਸਥਾ ਵਜੋਂ ਵੇਖਿਆ ਜਾਂਦਾ ਸੀ। ਕਾਸੋਲਾਰੀ ਦੀਆਂ ਖੋਜਾਂ ਦੇ ਵਿੱਚ ਅਹਿਮ ਹਸਤੀ ਸਨ ਡਾਕਟਰ BS ਮੁੰਜੇ, ਜੋ RSS ਦਾ ਆਗੂ ਸੀਗਾ ਤੇ ਹਿੰਦੂ ਕੱਟੜਵਾਦ ਦਾ ਮੁੱਖ ਵਿਚਾਰਕ ਸੀ। ਉਸਨੇ 1931 ਦੇ ਵਿੱਚ ਇਟਲੀ ਦਾ ਦੌਰਾ ਕੀਤਾ। BS ਮੁੰਜੇ ਨੇ ਫਾਸ਼ੀਵਾਦ ਸ਼ਾਸਨ ਦੇ ਹਮਾਇਤੀਆਂ ਨੂੰ ਉਹ ਮਿਲਿਆ। ਉਸਨੇ ਮੁਸੋਲਿਨੀ ਤੇ ਉਸ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵ ਵਸੂਲ ਕੀਤਾ। ਉਸ ਦੀ ਤਰ੍ਹਾਂ ਹੀ ਉਸਨੇ ਨੌਜਵਾਨਾਂ ਅੰਦਰ ਫੌਜਪਣੇ ਵਾਲੀ ਭਾਵਨਾ ਪੈਦਾ ਕੀਤੀ। ਜਾਣੀ ਜਿੱਥੇ ਤੁਸੀਂ ਵੇਖੋ ਕਿ ਉਹ ਡਾਂਗ ਚੱਕਦੀ RSS, ਉਹ ਸਵਾਸਤਕ ਦਾ ਚਿੰਨ੍ਹ ਥੋੜਾ ਜਿਹਾ ਜਿਹੜਾ ਹਿਟਲਰ ਦਾ ਚਿੰਨ੍ਹ ਸੀਗਾ ਉਸ ਨੂੰ ਥੋੜਾ ਜਿਹਾ ਚੇਂਜ ਕਰਦੇ ਆ ਉਹ। ਜਾਣੀ ਇਹ ਜਿਹੜਾ ਡਾਕਟਰ BS ਮੁੰਜੇ ਸੀ, RSS ਦਾ ਮੁੱਢਲਾ ਆਗੂ ਸੀ, ਇਹ 1931 ਦੇ ਵਿੱਚ ਇਟਲੀ ਦੇ ਦੌਰੇ ਤੇ ਗਿਆ ਤੇ ਉੱਥੇ ਮੁਸੋਲਿਨੀ ਨੂੰ ਮਿਲਿਆ ਤੇ ਫਾਸ਼ੀਵਾਦ ਸ਼ਾਸਨ ਦਾ ਇਹ ਹਮਾਇਤੀ ਬਣਿਆ। ਉਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਸਨੇ ਭਾਰਤੀ ਨੌਜਵਾਨਾਂ ਅੰਦਰ ਜਾਂ ਆਪਣੇ ਕੇਡਰ ਅੰਦਰ ਫੌਜਪਣੇ ਵਾਲੀ ਭਰਤੀ ਕਰਨੀ ਸ਼ੁਰੂ ਕੀਤੀ। ਮੁੰਜੋ ਦੀ ਬੇਨਤੀ ਤੇ ਉਸ ਦੀ ਮੁਸੋਲਿਨੀ ਨਾਲ ਮੁਲਾਕਾਤ ਕਰਾਈ ਗਈ। ਜਦੋਂ ਮੁਸੋਲਿਨੀ ਨੇ ਡਾਕਟਰ BS ਮੁੰਜੇ ਨੂੰ ਪੁੱਛਿਆ ਕਿ ਉਹ ਫਾਸ਼ੀਵਾਦ ਬਾਰੇ ਜਾਣਦਾ ਤਾਂ ਮੁੰਜੇ ਨੇ ਜਵਾਬ ਦਿੱਤਾ, ਹਜ਼ੂਰ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਫਾਸ਼ੀਵਾਦ ਤੋਂ। ਹਰ ਇੱਛੁਕ ਤੇ ਉੱਭਰਦੇ ਰਾਸ਼ਟਰ ਨੂੰ ਇਸ ਤਰ੍ਹਾਂ ਦੀ ਜਥੇਬੰਦੀ ਦੀ ਲੋੜ ਹੈ, ਖਾਸ ਤੌਰ ਤੇ ਭਾਰਤ ਨੂੰ, ਕਿ ਉਹ ਆਪਣੇ ਫੌਜੀ ਕੇਡਰ ਨੂੰ ਮੁੜ ਉਭਾਰ ਸਕੇ, ਉਹ ਆਪਣੀ ਫੌਜ ਨੂੰ ਮੁੜ ਉਭਾਰ ਸਕੇ, ਇਸ ਦੀ ਲੋੜ ਹੈ। ਜਾਣੀ ਇਸ ਕਰਕੇ ਉਹ ਡਾਂਗ ਦੀ ਸਿਖਲਾਈ ਇਹਨਾਂ ਨੇ ਉਦੋਂ ਸ਼ੁਰੂ ਕੀਤੀ। ਹੁਣ ਇਹ ਹਥਿਆਰਾਂ ਦੀ ਸਿਖਲਾਈ ਦਿੰਦੇ ਨੇ। ਉਹਨਾਂ ਦੇ ਵਿੱਚ ਇੱਕ ਜਿਹੜਾ ਡਰ ਪਾਇਆ ਹੋਇਆ ਸੀ ਉਹ ਇਹਨਾਂ ਨੇ ਖਤਮ ਕੀਤਾ ਤੇ ਉਹਨਾਂ ਦੇ ਹੱਥ ਡਾਂਗ ਫੜਾਈ ਤੇ ਉੱਥੇ ਫਿਰ ਉਹਨਾਂ ਦੀ ਜਿਹੜੀ ਪਤਲੂਨ ਹੈ, ਪਤਲੂਨ ਤਾਂ ਅੱਗੇ ਨਹੀਂ ਸੀ, ਅੱਗੇ ਧੋਤੀਆਂ ਸੀ, ਉਹ ਲਹਾ ਕੇ
ਜਿਵੇਂ ਅੱਗੇ ਤੁਸੀਂ ਵੇਖੋ ਕਿ ਭਾਰਤੀ ਫੌਜਾਂ, ਇੱਕ ਸਵਾਲ ਆਇਆ ਸੀ ਬਾਈ ਦਾ, ਜੌਨ ਦਾ ਸੀ, ਪਤਾ ਨਹੀਂ ਕਿਹਨਾਂ ਦਾ, ਜੌਨ ਡੀਅਰ ਵਾਲੇ ਦਾ, ਕਹਿੰਦੇ ਇਹ ਖਾਕੀ ਨਿੱਕਰ ਦਾ ਕੀ ਇਤਿਹਾਸ ਹੈ। ਖਾਕੀ ਨਿੱਕਰ ਦਾ ਇਹੀ ਇਤਿਹਾਸ ਹੈ ਕਿ ਉਦੋਂ ਫੌਜ ਜਾਂ ਅੰਗਰੇਜ਼ ਫੌਜ ਦੇ ਜਿਹੜੇ ਸਿਪਾਹੀ ਆਪਾਂ ਭਗਤ ਸਿੰਘ ਹੋਰਾਂ ਦੇ ਵੇਲੇ ਤਸਵੀਰਾਂ ਵੇਖੀਆਂ ਨੇ, ਉਹ ਪੈਂਟ ਨਹੀਂ ਸੀ ਪਾਉਂਦੇ, ਖਾਕੀ ਨਿੱਕਰ ਪਾਉਂਦੇ ਸੀ। ਜਾਣੀ ਇਹਨਾਂ ਨੇ ਉਸ ਵਿਦੇਸ਼ੀ ਯੂਨੀਫਾਰਮ ਨੂੰ ਚੁੱਕਿਆ। ਇਹ ਜਿਹੜੀ ਸ਼ਰਟ ਪਾਉਂਦੀ ਆਰਐਸਐਸ, ਹੁਣ ਤਾਂ ਪੈਂਟ ਪਾਉਣ ਲੱਗੀ, ਇਹ ਨਾ ਇਹ ਸ਼ਰਟ ਤੇ ਨਾ ਇਹ ਨਿੱਕਰ, ਇਹ ਇੰਡੀਅਨ ਕਲਚਰ ਨਹੀਂ ਹੈ। ਉਦਾਂ ਇਹ ਕਲਚਰ ਦਾ ਭਾਰਤ ਦਾ ਬਹੁਤ ਰੋਣਾ ਰੋਂਦੇ ਨੇ। ਕਾਲੀ ਟੋਪੀ, ਉਹ ਵੀ ਡਿਸਪਲਿਨਡ, ਸੁਭਾਸ਼ ਚੰਦਰ ਵਾਂਗੂ, ਉਹ ਵੀ ਇੱਕ ਯੂਨੀਫਾਰਮ ਕੈਪ ਸੀ। ਜਿਸ ਤਰ੍ਹਾਂ ਤੁਸੀਂ ਵੇਖੋ ਕਿ ਹਿਟਲਰ ਜਾਂ ਜਰਮਨ ਦੇ ਵਿੱਚ ਇਹ ਲੋਕ ਇਦਾਂ ਦੀ ਟੋਪੀ ਪਾਉਂਦੇ ਨੇ। ਮਗਰੋਂ ਮਹਾਤਮਾ ਗਾਂਧੀ ਦੀ ਵੀ ਇਹ ਟੋਪੀ ਮਸ਼ਹੂਰ ਹੋਈ, ਹੁਣ ਤੇ ਅਰੁਣ ਗਾਵਲੀ ਵੀ ਲੈ ਫਿਰਦਾ। ਇਹ ਜਾਣੀ ਸਾਰੀ ਯੂਨੀਫਾਰਮ ਇਹਨਾਂ ਨੇ ਉੱਥੋਂ ਫਾਸ਼ੀਵਾਦ ਤੋਂ ਚੱਕੀ। ਭਾਰਤੀ ਕਲਚਰ ਦੇ ਵਿੱਚ ਇਸ ਤਰ੍ਹਾਂ ਦੀ ਟੋਪੀ ਦਾ ਕੋਈ ਕਨਸੈਪਟ ਨਹੀਂ ਸੀਗਾ। ਮੁਸੋਲਿਨੀ ਨੇ ਜਦੋਂ ਉਸਨੂੰ ਪੁੱਛਿਆ ਕਿ ਫਾਸ਼ੀਵਾਦ ਬਾਰੇ ਜਾਣਦਾ, ਤਾਂ ਡਾਕਟਰ BS ਮੁੰਜੇ ਨੇ ਆਖਿਆ, ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਫਾਸ਼ੀਵਾਦ ਤੋਂ। ਸਾਨੂੰ ਭਾਰਤ ਵਿੱਚ ਵੀ ਆਪਣੀ ਇਸ ਤਰ੍ਹਾਂ ਦੀ ਨਿੱਜੀ ਫੌਜ ਖੜੀ ਕਰਨੀ ਹੋਵੇਗੀ, ਜਾਣੀ ਲਾਠੀ ਵਾਲੇ, ਡਾਂਗਾਂ ਵਾਲਾ ਲਾਣਾ। ਇਟਲੀ ਦੇ ਫਾਸ਼ੀਵਾਦ ਤਾਨਾਸ਼ਾਹ ਨਾਲ ਆਪਣੀ ਵਾਰਤਾ ਬਾਰੇ ਡਾਕਟਰ ਮੁੰਜੇ ਨੇ ਟਿੱਪਣੀ ਕੀਤੀ ਕਿ ਇਸ ਤਰ੍ਹਾਂ ਯੂਰਪੀ ਜਗਤ ਵਿੱਚ ਉਸ ਦੀ ਮਹਾਨ ਸ਼ਖਸੀਅਤ ਮੁਸੋਲਿਨੀ ਨਾਲ ਮੇਰੀ ਗੁਫ਼ਤਗੂ ਖਤਮ ਹੋਈ। ਉਹਨਾਂ ਦਾ ਕੱਦ ਲੰਮਾ, ਭਰਵਾਂ ਚਿਹਰਾ, ਘੱਟਵੀਂ ਦਾੜੀ, ਚੌੜੀ ਛਾਤੀ ਸੀ। ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਸੀ ਕਿ ਉਹ ਦ੍ਰਿੜ ਇਰਾਦੇ, ਸ਼ਕਤੀਸ਼ਾਲੀ ਸ਼ਖਸੀਅਤ ਦਾ ਮਾਲਕ ਹੈ। ਮੈਂ ਇਹ ਗੱਲ ਦੇਖੀ ਕਿ ਅਤਾਲਵੀ ਉਸ ਨੂੰ ਪਿਆਰ ਕਰਦੇ ਨੇ, ਜਾਣੀ ਉਹਨੂੰ ਕੌਮ ਦਾ ਆਗੂ ਬਣਾ ਲਿਆ, ਜਿਵੇਂ ਆਰਐਸਐਸ ਨੂੰ ਲੋਕਾਂ ਨੇ ਬਣਾਇਆ ਹੋਇਆ। ਡਾਕਟਰ ਮੁੰਜੇ, BS ਮੁੰਜੇ ਮੁਸੋਲਿਨੀ ਦੀ ਪਰਸਨੈਲਿਟੀ, ਸ਼ਖਸੀਅਤ ਤੇ ਉਸ ਦੀ ਵਿਚਾਰਧਾਰਾ ਨਾਲ ਨਿਰੰਤਰ ਜਿਹੜੇ ਨੇ ਉਹ ਇਕਸਾਰ ਹੋਏ, ਪ੍ਰਭਾਵਿਤ ਹੋਏ ਤੇ ਇਸ ਦੇ ਸ਼ਦਾਈ ਤੱਕ ਉਹ ਹੋ ਗਏ। ਉਹਨਾਂ ਨੇ ਇਤਾਲਵੀ ਤਾਨਾਸ਼ਾਹ ਮੁਸੋਲਿਨੀ ਦੇ ਬਿਆਨਾਂ ਦੀ ਪ੍ਰੋੜਤਾ ਸਾਹਿਤ ਹਵਾਲੇ ਦਿੱਤੇ ਨੇ ਕਿ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਸਿਰਫ ਜੰਗ ਹੀ ਹੈ ਜੋ ਸਮੁੱਚੀ ਮਨੁੱਖੀ ਊਰਜਾ ਨੂੰ ਉਸ ਮੁਕਾਮ ਤੱਕ ਉਭਾਰਦੀ ਹੈ ਜਿੱਥੇ ਉਹਨਾਂ ਲੋਕਾਂ ਦੀ ਕੁਲੀਨਤਾ ਸਿੱਧ ਹੁੰਦੀ ਹੋਵੇ ਤੇ ਇਸ ਦਾ ਸਾਹਮਣਾ ਕਰਨ ਦਾ ਉਹ ਹੌਸਲਾ ਰੱਖਦੇ ਨੇ। ਜਾਣੀ ਕਿ ਜੰਗ, ਮਾਰ ਮਰਾਈ ਲੋਕਾਂ ਦੀ ਜ਼ਰੂਰੀ ਹੈ। ਪੰਜਾਬੀ 'ਚ ਮੈਂ ਸਮਝਾਵਾਂ। ਇੱਕ ਹੋਰ ਕਥਨ ਕਿ ਫਾਸ਼ੀਵਾਦ ਨਿਰੰਤਰ ਸ਼ਾਂਤੀ ਦੀ ਸੰਭਾਵਨਾ ਅਤੇ ਉਪਯੋਗਤਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਕਿ ਉਹ ਨਹੀਂ ਚਾਹੁੰਦੇ ਕਿ ਸ਼ਾਂਤੀ ਰਵੇ। ਰਾਜ ਭਾਗ ਹਾਸਲ ਕਰਨ ਲਈ ਚਾਹੇ ਆਪਣੇ ਬੰਦੇ ਕਿਉਂ ਨਾ ਮਾਰਨੇ ਮਰਵਾਉਣੇ ਪੈ ਜਾਣ। ਇਹ ਗੱਲ BS ਮੁੰਜੇ ਮੰਨਦਾ ਆਪਣੇ ਇਸ ਕੋਟ ਦੇ ਵਿੱਚ। ਇਸ ਤਰ੍ਹਾਂ ਸ਼ਾਂਤੀ ਦੇ ਸਿਧਾਂਤ ਨੂੰ ਉਹਨਾਂ ਨੇ ਰੱਦ ਕੀਤਾ ਤੇ ਜੋ ਸੰਘਰਸ਼ ਦਾ ਤਿਆਗ ਦੇ ਵਿੱਚੋਂ ਪੈਦਾ ਹੁੰਦਾ ਤੇ ਕੁਰਬਾਨੀ ਦੇ ਪਿੱਛੇ ਨਜ਼ਰ ਕਾਰਤਾਪੂਰਨ ਕਦਮ ਹੈ। ਇਹ ਡਾਕਟਰ BS ਮੁੰਜੇ RSS ਦੇ ਬਾਨੀ KB ਹੈਡਗਵਰ ਦਾ ਉਸਤਾਦ ਸੀ। ਹੈਡਗਵਰ ਵਿਦਿਆਰਥੀ ਹੁੰਦਿਆਂ ਨਾਗਪੁਰ ਦੇ ਵਿੱਚ ਡਾਕਟਰ BS ਮੁੰਜੇ ਦੇ ਘਰ ਰਹਿੰਦਾ ਸੀ ਤੇ ਇਹ ਡਾਕਟਰ BS ਮੁੰਜੇ ਹੀ ਸੀ ਜਿਸ ਨੇ ਹੈਡਗਵਰ ਨੂੰ ਮੈਡੀਸਨ ਦੀ ਪੜ੍ਹਾਈ ਦੇ ਲਈ ਕਲਕੱਤਾ ਭੇਜਿਆ। ਇਟਲੀ ਦੀ ਯਾਤਰਾ ਤੋਂ ਬਾਅਦ ਡਾਕਟਰ BS ਮੁੰਜੇ ਤੇ ਹੈਡਗਵਰ ਹਿੰਦੂ ਮਹਾਸਭਾ ਤੇ RSS ਨੂੰ ਇੱਕ ਦੂਸਰੇ ਦੇ ਇਹਨਾਂ ਨੇ ਨੇੜੇ ਲਿਆਉਣ ਲਈ ਨਿੱਠ ਕੇ ਕੰਮ ਕੀਤਾ। 1934 ਦੇ ਵਿੱਚ ਹੈਡਗਵਰ ਨੇ ਫਾਸ਼ੀਵਾਦ ਅਤੇ ਨਾਜ਼ੀਵਾਦ ਬਾਰੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਜਿਸ ਦੇ ਮੁੱਖ ਵਕਤਿਆਂ ਦੇ ਵਿੱਚ ਡਾਕਟਰ BS ਮੁੰਜੇ ਸ਼ਾਮਲ ਸੀ। ਉਸੇ ਸਾਲ ਮਾਰਚ ਮਹੀਨੇ 1934 ਦੇ ਵਿੱਚ ਡਾਕਟਰ ਮੁੰਜੇ, ਹੈਡਗਵਰ ਤੇ ਉਹਨਾਂ ਦੇ ਸਾਥੀਆਂ ਨੇ ਲੰਮੀਆਂ ਮੀਟਿੰਗਾਂ ਕੀਤੀਆਂ ਜਿਸ ਦੇ ਵਿੱਚ ਡਾਕਟਰ BS ਮੁੰਜੇ ਦੀ ਟਿੱਪਣੀ ਸੀ ਕਿ ਮੈਂ ਹਿੰਦੂ ਧਰਮ ਸ਼ਾਸਤਰ ਦੇ ਆਧਾਰ ਤੇ ਯੋਜਨਾ ਬਣਾਈ ਹੈ ਜੋ ਪੂਰੇ ਭਾਰਤ ਅੰਦਰ ਹਿੰਦੂਵਾਦ ਦੇ ਵਿੱਚ ਇਕਸਾਰਤਾ ਲਿਆਂਦੀ ਜਾ ਸਕਦੀ ਹੈ। ਪਰ ਸਵਾਲ ਇਹ ਹੈ ਕਿ ਇਹ ਆਦਰਸ਼ ਉਦੋਂ ਤੱਕ ਨੇਪਰੇ ਨਹੀਂ ਚੜ੍ਹ ਸਕਦਾ ਜਿੰਨੀ ਦੇਰ ਤੱਕ ਪੁਰਾਣੇ ਵੇਲੇ ਦੇ ਸ਼ਿਵਾਜੀ ਜਾਂ ਵਰਤਮਾਨ ਸਮਿਆਂ ਦੇ ਇਟਲੀ ਦੇ ਮੁਸੋਲਿਨੀ ਜਾਂ ਜਰਮਨੀ ਦੇ ਤਾਨਾਸ਼ਾਹ ਜਿਹਾ ਸਾਡਾ ਸਵਰਾਜ ਕਾਇਮ ਨਹੀਂ ਹੋ ਜਾਂਦਾ। ਜਾਣੀ ਕਿ ਸ਼ਿਵਾਜੀ ਮਰਾਠਾ ਤੇ ਜਾਂ ਮੁਸੋਲਿਨੀ ਜਾਂ ਜਰਮਨੀ ਦੇ ਤਾਨਾਸ਼ਾਹ ਵਰਗਾ ਸਵਰਾਜ ਕਾਇਮ। ਮਤਲਬ ਜੇ ਪੂਰੇ ਭਾਰਤ ਦੇ ਵਿੱਚ ਤੁਸੀਂ ਹਿੰਦੂਵਾਦ ਦੀ ਇਕਸਾਰਤਾ ਲਿਆਉਣੀ ਹੈ, ਹਿੰਦੂ ਰਾਸ਼ਟਰ ਬਣਾਉਣਾ, ਤਾਂ ਸਾਨੂੰ ਪੁਰਾਣਾ ਸ਼ਿਵਾਜੀ ਦਾ ਸਮਾਂ ਜਾਂ ਜਰਮਨ ਵਰਗੇ ਤਾਨਾਸ਼ਾਹ, ਮੁਸੋਲਿਨੀ ਵਰਗਾ ਰਾਜ ਕਾਇਮ ਕਰਨਾ ਹੋਏਗਾ। ਹਿਟਲਰ ਸਾਨੂੰ ਬਣਨਾ ਹੋਏਗਾ। ਉਂਝ ਇਸ ਦਾ ਮਤਲਬ ਇਹ ਵੀ ਨਹੀਂ ਕਿ ਜਿੰਨੀ ਦੇਰ ਤੱਕ ਇਹੋ ਜਿਹਾ ਕੋਈ ਤਾਨਾਸ਼ਾਹ ਭਾਰਤ ਵਿੱਚੋਂ ਨਹੀਂ ਉੱਭਰਦਾ ਉਨੀ ਦੇਰ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਈਏ। ਇਹ ਵੀ ਨਹੀਂ ਕਿ ਅਸੀਂ ਇਹ ਨਾ ਆਖੀਏ ਕਿ ਕੋਈ ਨਹੀਂ ਬਣੂ, ਪਤਾ ਨਹੀਂ, ਅਸੀਂ ਛੱਡੀਏ ਨਾ। ਸੋ ਸਾਡੀ ਵਿਗਿਆਨਕ ਸਕੀਮ ਸਾਨੂੰ ਘੜਨੀ ਚਾਹੀਦੀ ਹੈ ਜਿਸ ਦੇ ਲਈ ਇਹਦੇ ਲਈ ਸਾਨੂੰ ਪ੍ਰਾਪੇਗੰਡਾ ਜਾਰੀ ਰੱਖਣਾ ਚਾਹੀਦਾ। ਇਹ ਗੱਲ ਉਸ ਮੀਟਿੰਗ ਦੇ ਵਿੱਚ ਡਾਕਟਰ BS ਮੁੰਜੇ, ਹੈਡਗਵਰ ਤੇ ਉਹਨਾਂ ਸਾਥੀਆਂ ਦੇ ਟਿੱਪਣੀ ਦੇ ਵਿੱਚ ਉਹਨਾਂ ਨੇ ਕੀਤੀ। ਤੁਸੀਂ ਵੇਖੋ ਕਿ ਇਹ ਗੋਂਦਾਂ 1934 ਦੀਆਂ ਗੁੰਦੀਆਂ ਗਈਆਂ ਕਿਉਂਕਿ ਉਸ ਤੋਂ ਕੁਝ ਸਾਲ ਪਹਿਲਾਂ ਮੁਸੋਲਿਨੀ ਦੇ ਨਾਲ ਜਿਹੜਾ ਇਟਲੀ ਦਾ ਕੱਟੜ ਆਗੂ ਸੀ 1931 ਦੇ ਵਿੱਚ ਇਸ ਡਾਕਟਰ BS ਮੁੰਜੇ ਨੇ ਮੁਲਾਕਾਤ ਕੀਤੀ ਜੋ ਹੈਡਗਵਰ RSS ਦੇ ਮੁੱਢਲੇ ਮੁਖੀ ਦਾ ਗੁਰੂ ਸੀ। ਮੇਰੀ ਬੇਨਤੀ ਹੈ ਕਿ ਇਸ ਆਰਟੀਕਲ ਨੂੰ ਆਪ ਜ਼ਰੂਰ ਪੜ੍ਹਿਓ
ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਇਓ, ਕਿਉਂਕਿ RSS ਠੀਕ ਹੈ ਆਪਣੇ ਧਰਮ ਲਈ ਕੰਮ ਕਰਦੀ ਹੈ, ਪਰ ਜਿਹੜਾ ਇਹਨਾਂ ਦੀ ਆਈਡੀਓਲੋਜੀ ਹੈ ਸਾਨੂੰ ਸਮਝਣ ਦੀ ਜ਼ਰੂਰਤ ਹੈ। ਈਵਨ ਹਿੰਦੂਆਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਅੱਜ ਇਸ ਆਈਡੀਓਲੋਜੀ ਦੀ ਆਧਾਰ ਤੇ ਹਿੰਦੂ ਧਰਮ ਉਦੋਂ ਵੀ ਖਤਮ ਨਹੀਂ ਹੋਇਆ ਜਦੋਂ ਔਰੰਗਜ਼ੇਬ ਸਵਾ ਮਣ ਜਨੇਊ ਲਾ ਕੇ ਰੋਟੀ ਖਾਂਦਾ ਸੀ। ਧਰਮ ਕਿਸੇ ਦਾ ਬੀਨਾਸ਼ ਨਹੀਂ ਹੁੰਦਾ, ਸਿਰਫ ਤੁਹਾਨੂੰ ਡਰਾਵਾ ਦਿੱਤਾ ਜਾ ਰਿਹਾ ਹੈ। ਪਿੱਛੇ ਕਾਰਪੋਰੇਟ ਦੀ ਸਰਕਾਰ ਹੈ, ਅੰਬਾਨੀਆਂ ਅਡਾਨੀਆਂ ਦੀ, ਤੇ ਤੁਹਾਡਾ ਹੀ ਮੈਨੂੰ ਦੱਸ ਦਿਓ ਜਿਹੜੇ ਬਾਣੀਏ ਵਪਾਰੀ ਨੇ ਹਿੰਦੂ ਵੀਰ, ਉਹਨਾਂ ਦਾ ਬਿਜ਼ਨਸ ਇਹਨਾਂ 8 ਸਾਲਾਂ 'ਚ ਕਿੰਨਾ ਕੁ ਵਧਿਆ। ਸਿਰਫ ਦੇਖੋ, ਸ਼੍ਰੀ ਰਾਮ ਮੰਦਿਰ ਦਾ ਝਗੜਾ ਸੀ, ਕੋਰਟ ਨੇ ਜੋ ਫੈਸਲਾ ਕੀਤਾ ਠੀਕ ਹੈ, ਸਰਕਾਰ ਦਾ ਜੋ ਫਰਜ਼ ਸੀ ਇਹਨੇ ਨਿਭਾ ਦਿੱਤਾ। ਫਿਰ ਅਸੀਂ ਠੇਕਾ ਕਿਉਂ ਦਿੰਦੇ ਹਾਂ ਇਦਾਂ ਦੀ ਸਰਕਾਰਾਂ ਨੂੰ? ਕਿਉਂਕਿ ਉਹਨਾਂ ਨੇ ਧਰਮ ਦੀ ਆੜ ਦੇ ਵਿੱਚ ਇਹ ਚੀਜ਼ਾਂ ਕਰਵਾਈਆਂ। ਪਰ ਫਿਊਚਰ ਕਿਹਦਾ? ਰਿਲਾਇੰਸ ਦਾ, ਅੰਬਾਨੀ ਅਡਾਨੀਆਂ ਦਾ, ਤੇ ਤੁਸੀਂ ਸਿਰਫ ਇੱਕ ਫੀਲੇ ਬਣ ਕੇ ਰਹਿ ਗਏ ਇਸ ਸਿਸਟਮ ਦੇ ਵਿੱਚ, ਅਸੀਂ ਸਾਰੇ। ਸੋ ਇਸ ਕਰਕੇ ਇਸ ਆਰਟੀਕਲ ਨੂੰ ਸਮਝੋ। ਮੇਰੀ ਉਹਨਾਂ ਕੱਟੜ ਹਿੰਦੂ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਹੱਲੇ ਪੱਲੇ ਕੁਝ ਨਹੀਂ ਪੈਣਾ, ਤੁਹਾਡਾ 1-2 ਬੰਦਾ ਜਿਹੜਾ ਜ਼ਰੂਰ ਆ ਜਾਏਗਾ, ਪਰ ਫਿਊਚਰ ਇਸ ਮੁਲਕ ਦਾ ਇਸ ਤਰ੍ਹਾਂ ਨਹੀਂ ਹੈ। ਤੁਸੀਂ ਅਮਰੀਕਾ ਕੈਨੇਡਾ ਰਹਿੰਦੇ, ਉੱਥੇ ਬਹੁਤ ਕੌਮੀ ਦੇਸ਼ ਨੇ, ਉਹ ਕਨਸੈਪਟ ਉੱਥੇ ਠੀਕ ਹੈ। ਤੁਸੀਂ ਕੀ ਉਮੀਦ ਕਰਦੇ ਹੋ ਕਿ ਮੁਸਲਮਾਨਾਂ ਲਈ ਪਾਕਿਸਤਾਨ ਬਣਿਆ? ਕੀ ਉੱਥੇ ਸ਼ਾਂਤੀ ਹੈ? ਐਡਾ ਮੁਸਲਮ ਜਗਤ ਉਹਨਾਂ ਦੀ ਬੈਕ ਤੇ ਹੈ, ਕਿ ਉਹ ਰਜਵੀਂ ਰੋਟੀ ਖਾਂਦੇ ਨੇ? ਸੋ ਇਸ ਕਰਕੇ ਸਾਨੂੰ ਬਹੁ ਕੌਮੀ ਕਨਸੈਪਟ, ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦੱਸੇ ਬਾਹਰਾ ਜਿਓ, ਉਹ ਅਪਣਾਉਣਾ ਹੋਏਗਾ। ਇਸ ਦੌਰਾਨ ਡਾਕਟਰ ਰਾਮਚੰਦਰ ਗੁਹਾ ਉੱਘੇ ਹਿਸਟੋਰੀਅਨ ਲਿਖਦੇ ਨੇ ਕਿ ਮੁੰਜੇ ਨੇ ਇਤਾਲਵੀ ਫਾਸ਼ੀਵਾਦ ਅਤੇ RSS ਦੀ ਵਿਚਾਰਧਾਰਾ ਦੇ ਵਿੱਚ ਸਿੱਧੀ ਸਮਾਨਤਾ ਦਰਸਾਈ। ਉਸ ਨੇ ਲਿਖਿਆ ਕਿ ਫਾਸ਼ੀਵਾਦ ਦਾ ਵਿਚਾਰ ਮੋਟੇ ਰੂਪ ਦੇ ਵਿੱਚ ਲੋਕਾਂ ਦਰਮਿਆਨ ਏਕਤਾ ਦਾ ਸੰਕਲਪ ਹੈ, ਤੇ ਸਾਨੂੰ ਉਸ ਏਕਤਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਗਾਤਾਰਤਾ ਦੇ ਲਈ ਬਣਾਈ ਰੱਖਣ ਦੇ ਲਈ ਉਸ ਦੇ ਨਾਲ ਜੁੜੇ ਰਹਿਣਾ ਤੇ ਸਮਝਣਾ ਹੋਏਗਾ। ਇਸ ਸੰਬੰਧੀ ਭਾਰਤ, ਖਾਸ ਤੌਰ ਤੇ ਹਿੰਦੂ ਭਾਰਤ ਨੂੰ ਹਿੰਦੂਆਂ ਦੇ ਮੁੜ ਉਭਾਰ ਦੇ ਲਈ ਇਹੋ ਜਿਹੀ ਸੰਸਥਾ ਦੀ ਲੋੜ ਹੈ। RSS ਦੇ ਹੈੱਡਕੁਆਰਟਰ ਨਾਗਪੁਰ ਦੇ ਵਿੱਚ ਡਾਕਟਰ ਹੈਡਗੇਵਾਰ ਦੀ ਅਗਵਾਈ ਦੇ ਵਿੱਚ ਚੱਲ ਰਹੀ ਰਾਸ਼ਟਰੀ ਸਵੈਮ ਸੇਵਕ ਸੰਘ ਇਹੋ ਜਿਹੀ ਜਥੇਬੰਦੀ ਹੈ। ਇਸ ਇਟਾਲੀਅਨ ਹਿਸਟੋਰੀਅਨ ਕਾਸੋਲਰੀ ਦਾ ਇਹ ਮੱਤ ਹੈ ਕਿ RSS ਦੀ ਭਰਤੀ ਦਾ ਤਰੀਕਾਕਾਰ ਅਮਲੀ ਰੂਪ ਦੇ ਵਿੱਚ ਇਟਲੀ ਦਾ ਬਬੀਲਾ ਯੂਥ ਸੰਸਥਾ ਨਾਲ ਮਿਲਦਾ ਹੈ। ਯਾਨੀ RSS ਜੋ ਭਰਤੀ ਕਰਦੀ ਹੈ, ਇਹਦਾ ਤੌਰ ਤਰੀਕਾ ਇਟਲੀ ਦੀ ਬਲੀਲਾ ਯੂਥ ਸੰਸਥਾ, ਤੁਸੀਂ ਇਹਨੂੰ ਗੂਗਲ ਕਰਕੇ ਵੀ ਸਮਝ ਸਕਦੇ ਹੋ, ਬਲੀਲਾ ਯੂਥ, ਉਸ ਨਾਲ ਮਿਲਦਾ ਜੁਲਦਾ। ਮਸਲਨ ਉਮਰ ਦੇ ਲਿਹਾਜ਼ ਨਾਲ ਗਰੁੱਪ ਬਣਾਏ ਜਾਂਦੇ ਨੇ। ਕਮਾਲ ਦੀ ਗੱਲ ਇਹ ਹੈ ਕਿ ਇਹ ਉਵੇਂ ਹੀ ਜਿਵੇਂ ਕਿ ਫਾਸ਼ੀਵਾਦੀ ਯੁਵਾ ਸੰਗਠਨਾਂ ਦੀ ਉਮਰ ਵਾਰ ਦਰਜਾਬੰਦੀ ਕੀਤੀ ਜਾਂਦੀ ਹੈ, ਉਂਝ RSS ਮੈਂਬਰਾਂ ਦੀ ਦਰਜਾਬੰਦੀ ਸੰਗਠਨ ਕਾਇਮ ਹੋਣ ਤੋਂ ਬਾਅਦ ਸਾਂਝੀ ਕੀਤੀ ਜਾਂਦੀ ਹੈ, ਤੇ ਇਸ ਦਾ ਵਿਚਾਰ ਵੀ ਫਾਸ਼ੀਵਾਦ ਤੋਂ ਲਿਆ ਜਾਪਦਾ ਹੈ। ਮਾਰਜ਼ੀਆ ਕਾਸੋਲਾਰੀ ਇਟਾਲੀਅਨ ਹਿਸਟੋਰੀਅਨ ਨੇ 1933 ਦੇ ਵਿੱਚ ਇੱਕ ਪੁਲਿਸ ਅਫਸਰ ਦੇ ਨੋਟ ਦਾ ਹਵਾਲਾ ਦਿੱਤਾ, ਜਿਸ ਦੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਬਾਰੇ ਕਿਹਾ ਗਿਆ ਕਿ ਇਸ ਗੱਲ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ RSS ਭਵਿੱਖ ਦੇ ਵਿੱਚ ਭਾਰਤ ਦੇ ਵਿੱਚ ਉਹੋ ਜਿਹਾ ਕੁਝ ਬਣਾਉਣਾ ਚਾਹੁੰਦਾ ਜਿਹੋ ਜਿਹਾ ਇਟਲੀ ਦੇ ਵਿੱਚ ਫਾਸ਼ੀਵਾਦ ਤੇ ਜਰਮਨੀ ਦੇ ਵਿੱਚ ਹਿਟਲਰ ਜਾਂ ਨਾਜ਼ੀ ਸਨ। ਸੰਘ ਮੁੱਢੋਂ ਸੁੱਢੋਂ ਮੁਸਲਿਮ ਵਿਰੋਧੀ ਸੰਗਠਨ ਹੈ RSS, ਜਿਸ ਦਾ ਮਕਸਦ ਭਾਰਤ ਵਿੱਚ ਨਿਰੋਲ ਹਿੰਦੂਆਂ ਨੂੰ ਸ੍ਰੇਸ਼ਟਤਾ ਪ੍ਰਦਾਨ ਕਰਨਾ ਹੈ, ਜਾਣੀ ਕਿ ਹਿੰਦੂਆਂ ਦੀ ਸਰਦਾਰੀ, ਹਿੰਦੂਆਂ ਦੇ ਵਿੱਚੋਂ ਵੀ ਸਿਰਫ ਬ੍ਰਾਹਮਣ ਦੀ ਸਰਦਾਰੀ, ਬ੍ਰਾਹਮਣਾਂ ਦੇ ਵਿੱਚੋਂ ਵੀ ਸਿਰਫ ਅਲੀਟ ਬ੍ਰਾਹਮਣ ਦੀ ਸਰਦਾਰੀ, ਜਿਹੜਾ ਕਾਰਪੋਰੇਟ ਦਾ ਫੀਲਾ ਬਣ ਕੇ ਚੱਲਦਾ। ਧਰਮ ਦਾ ਸਿਰਫ ਦਿਖਾਵਾ ਆ। ਬਥੇਰੇ ਗਰੀਬ ਬ੍ਰਾਹਮਣ ਨੇ, ਇੰਨੀ ਗੁਰਬਤ ਮਾਰੀ ਜ਼ਿੰਦਗੀ ਜਿਉਂਦੇ ਨੇ। ਕਾਸੋਲਰੀ ਦੀ ਜਿਹੜੇ ਇਹ ਇਟਾਲੀਅਨ ਆਰਟੀਕਲ ਲੇਖਕ ਹੈ ਕਾਸੋਲਰੀ, ਇਸ ਦੀ ਖੋਜ ਹੈ ਕਿ ਵੀਰ ਸਵਰਕਰ ਨੇ, ਵੈਸੇ ਤਾਂ VD ਸਵਰਕਰ ਇਹਦਾ ਨਾਮ, ਪਰ ਵੀਰ ਸਵਰਕਰ ਲਿਖਿਆ ਜਾਂਦਾ ਹੈ, ਜਿਸ ਨੇ ਅੰਗਰੇਜ਼ਾਂ ਤੋਂ ਕਈ ਵਾਰੀ ਮਾਫੀ ਮੰਗੀ। ਕਾਲੇ ਪਾਣੀ ਦੀ ਸਾਰੀ ਜੇਡ ਸੈਲੂਲਰ ਇਸ ਦੇ ਨਾਂ ਨਾਲ ਹੀ ਹਾਈਲਾਈਟ ਕਰ ਦਿੱਤੀ। ਜਿਹੜੇ ਪੰਜਾਬ ਦੇ ਗਦਰੀ ਸੀ, ਕਾਲੇ ਪਾਣੀ ਜਿਹੜੇ ਰੁੜ ਕੇ ਦੇਸ਼ ਲਈ ਕੁਰਬਾਨੀਆਂ ਕਰਕੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ, ਉਹ ਸਭ ਕੁਝ ਮਟੇ ਦਿੱਤਾ ਗਿਆ। ਸਾਰਾ ਕ੍ਰੈਡਿਟ ਵੀਰ ਸਵਰਕਰ ਨੂੰ, ਜਿਹੜਾ ਅੰਗਰੇਜ਼ਾਂ ਤੋਂ ਕਈ ਵਾਰੀ ਮਾਫੀ ਮੰਗਿਆ ਗੋਡੇ ਰਗੜ ਕੇ, ਉਸ ਨੂੰ ਵੀਰ ਸਵਰਕਰ ਬਣਾ ਕੇ ਪੇਸ਼ ਕੀਤਾ। ਕਾਸੋਲਰੀ ਦੀ ਖੋਜ ਦੱਸਦੀ ਹੈ ਕਿ ਵੀਰ ਸਵਰਕਰ ਦੀ ਦੁਨੀਆ ਬਾਰੇ ਸਮਝ ਤੇ ਦਿਲਚਸਪੀ ਤੇ ਇਹ ਝਾਤ ਪਾਉਂਦੀ ਹੈ ਜਿਹੜੀ ਉਹਨੇ ਖੋਜ ਕੀਤੀ ਕਾਸੋਲਰੀ ਨੇ ਲਿਖਿਆ 1938 ਦੇ ਆਸ-ਪਾਸ ਜਰਮਨੀ ਸਵਰਕਰ ਦੀ ਅਗਵਾਈ ਹੇਠ ਹਿੰਦੂ ਮਹਾਸਭਾ ਦਾ ਮੁੱਖ ਨੁਕਤਾ ਬਣ ਗਿਆ ਸੀ। ਜਰਮਨੀ ਦੀਆਂ ਕੱਟੜ ਨਸਲਪ੍ਰਸਤ ਨੀਤੀਆਂ ਨੂੰ ਭਾਰਤ ਵਿੱਚ ਮੁਸਲਿਮ ਸਮੱਸਿਆ ਨੂੰ ਹੱਲ ਕਰਨ ਦੇ ਲਈ ਮਾਡਲ ਵਜੋਂ ਲਿਆ ਜਾਣ ਲੱਗਾ। ਇਸ ਬਾਰੇ ਇਹ ਇਟਾਲੀਅਨ ਇਤਿਹਾਸਕਾਰ ਕਾਸੋਲਰੀ ਨੇ ਸਵਰਕਰ ਦੇ ਕਈ ਕਥਨਾਂ ਦਾ ਹਵਾਲਾ ਦਿੱਤਾ। ਕਾਸੋਲਰ ਨੇ ਲਿਖਿਆ,
ਸਵਰਕਰ ਬਾਰੇ ਕਿ ਜਰਮਨੀ ਨੂੰ ਨਾਜ਼ੀਵਾਦ ਅਤੇ ਇਟਲੀਵਾਦ ਨੂੰ ਫਾਸ਼ੀਵਾਦ ਅਪਣਾਉਣ ਦਾ ਪੂਰਾ ਹੱਕ ਹੈ ਤੇ ਇਹ ਵਾਦ ਅਤੇ ਸ਼ਾਸਨ ਦੀਆਂ ਤਰਜ਼ਾਂ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਲਈ ਜ਼ਰੂਰੀ ਤੇ ਲਾਹੇਵੰਦ ਸਿੱਧ ਹੋਈਆਂ ਨੇ। ਰਾਸ਼ਟਰੀਅਤਾ ਸਾਂਝੇ ਭੂਗੋਲਿਕ ਖਿੱਤੇ ਤੇ ਉਹਨਾਂ ਨਿਰਭਰ ਨਹੀਂ ਕਰਦੀ ਜਿੰਨਾ ਵਿਚਾਰ, ਧਰਮ, ਭਾਸ਼ਾ, ਸੱਭਿਆਚਾਰ ਤੇ ਨਿਰਭਰ ਕਰਦੀ ਹੈ। ਖਾਸ ਕਰਕੇ ਜਰਮਨ ਅਤੇ ਯਹੂਦੀਆਂ ਨੂੰ ਇੱਕ ਕੌਮ ਨਹੀਂ ਮੰਨਿਆ ਜਾ ਸਕਦਾ। ਜਰਮਨੀ ਦੇ ਵਿੱਚ ਜਰਮਨਾਂ ਦੀ ਲਹਿਰ ਰਾਸ਼ਟਰੀ ਲਹਿਰ ਹੈ, ਪਰ ਯਹੂਦੀਆਂ ਦੀ ਇਹ ਲਹਿਰ ਫਿਰਕੂ ਹੈ। ਕੋਈ ਰਾਸ਼ਟਰ ਕਿਸੇ ਜਗ੍ਹਾ ਵਾਸਤੇ ਬਹੁਗਿਣਤੀ ਲੋਕਾਂ ਰਾਹੀਂ ਬਣਦਾ ਹੈ ਤੇ ਯਹੂਦੀਆਂ ਨੇ ਜਰਮਨੀ ਦੇ ਵਿੱਚ ਕੀ ਕੀਤਾ, ਉਹਨਾਂ ਨੂੰ ਘੱਟ ਗਿਣਤੀ ਹੋਣ ਕਰਕੇ ਜਰਮਨੀ ਤੋਂ ਬਾਹਰ ਧੱਕ ਦਿੱਤਾ ਗਿਆ। ਭਾਰਤੀ ਮੁਸਲਮਾਨ ਸਮੂਹਕ ਰੂਪ ਦੇ ਵਿੱਚ ਆਪਣੇ ਹਿੱਤ ਆਪਣੇ ਆਸ-ਪਾਸ ਵਸਦੇ ਹਿੰਦੂਆਂ ਦੀ ਬਜਾਏ ਭਾਰਤ ਤੋਂ ਬਾਹਰ ਵਸਦੇ ਮੁਸਲਮਾਨਾਂ ਨਾਲ ਜੋੜ ਕੇ ਵੇਖਦੇ ਨੇ, ਜਿਵੇਂ ਜਰਮਨੀ ਦੇ ਯਹੂਦੀ ਵੇਖਦੇ ਨੇ। ਬਿਨਾਂ ਸ਼ੱਕ ਇਸ ਵੇਲੇ ਸਵਰਕਰ ਭਾਰਤ ਵਿੱਚ ਸੱਤਾਹੀਣ ਹਿੰਦੂਤਵੀ ਸਰਕਾਰ ਦੇ ਲਈ ਬਹੁਤ ਵੱਡੀ ਹਸਤੀ ਹੈ। ਕਾਸੂਲਰੀ ਦੀ ਕਿਤਾਬ ਦੇ ਵਿੱਚ ਹਿੰਦੂਤਵ ਦੇ ਇੱਕ ਹੋਰ ਚਿਹਰੇ ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ ਵੀ ਟਿੱਪਣੀਆਂ ਨੇ। ਇਸੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬੜੀ ਤਾਰੀਫ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਕਿ ਮੇਰੇ ਫਾਦਰ ਮਹਾਰਾਜਾ ਯਾਦਵਿੰਦਰ ਸਿੰਘ ਦੇ ਦੋਸਤ ਹਨ ਸ਼ਿਆਮਾ ਪ੍ਰਸਾਦ ਮੁਖਰਜੀ। ਉਹਨਾਂ ਦੇ ਨਾਲ ਕਾਫੀ ਆਪਣੀ ਸਾਂਝ ਦੱਸਦੇ ਨੇ ਕੈਪਟਨ ਅਮਰਿੰਦਰ ਸਿੰਘ। ਉਸੇ ਪਾਰਟੀ 'ਚ ਚਲੇ ਗਏ ਜਦੋਂ ਪੰਜਾਬ 'ਚ ਲੋੜ ਹੈ ਤੇ ਉਦੋਂ ਅਸੀਂ ਗੁਰੂ ਸਾਹਿਬ ਵੱਲੋਂ ਵਰਸੋਏ ਹਾਂ ਤੇ ਜਦੋਂ ਉਧਰ ਲੋੜ ਹੈ ਫਿਰ ਸ਼੍ਰੀਮਤੀ ਪ੍ਰਨੀਤ ਕੌਰ ਵੀ ਕਹਿੰਦੇ ਕਿ ਮੈਨੂੰ ਵੀ ਲੱਗਦਾ ਕਹਿੰਦੀ ਮੈਂ ਪਿਛਲੇ ਜਨਮ 'ਚ ਸ਼ਰਮਿਆਂ ਦੀ ਧੀ ਸੀ। ਸੋ ਇਹ ਮੌਕਾ ਪ੍ਰਸਤ ਲੋਕ ਹੁੰਦੇ ਆ, ਨਾ ਇਹਨਾਂ ਨੂੰ ਸ਼ਰਮਿਆਂ ਨਾਲ ਲਗਾ ਹੁੰਦਾ ਤੇ ਨਾ ਸਿੱਖਾਂ ਨਾਲ ਲਗਾ ਹੁੰਦਾ, ਬਸ ਉਹ ਜਜ਼ਬਾਤ ਕੈਸ਼ ਕਰਦੇ ਨੇ। ਇਸੇ ਸ਼ਿਆਮਾ ਪ੍ਰਸਾਦ ਮੁਖਰਜੀ ਬਾਰੇ ਵੀ ਇਸ ਇਟਾਲੀਅਨ ਹਿਸਟੋਰੀਅਨ ਨੇ ਟਿੱਪਣੀ ਕੀਤੀ ਹੈ ਕਿ ਦੋ ਜੰਗਾਂ ਦੇ ਵਿਚਕਾਰਲੇ ਅਰਸੇ ਦੇ ਦੌਰਾਨ ਇਟਾਲੀਅਨ ਸਰਕਾਰ ਨੇ ਇਹੋ ਜਿਹੇ ਭਾਰਤੀ ਬੁੱਧੀਜੀਵੀਆਂ ਤੇ ਸਿਆਸਤਦਾਨਾਂ ਦਾ ਪਾਲਣ ਪੋਸ਼ਣ ਤੇ ਜ਼ੋਰ ਦਿੱਤਾ ਜੋ ਫਾਸ਼ੀਵਾਦ ਨਾਲ ਹਮਦਰਦੀ ਰੱਖਦੇ ਹੋਣ। ਉਹਨਾਂ ਦੇ ਕੰਮ ਨੂੰ ਜੁਸੈਪੋ ਤੁੱਚੀ ਨੇ ਅਗਾਂਹ ਵਧਾਉਂਦਾ ਸੀ ਜੋ ਅਗਲੀ ਪੀੜ੍ਹੀ ਦਾ ਸਰਕਰਦਾ ਇਤਾਲਵੀ ਪੁਰਾਤਨ ਪੰਥੀ ਸੀ, ਓਰੀਐਂਟਲਿਸਟ ਸੀਗਾ, ਕੱਟੜਵਾਦੀ, ਰੂੜੀਵਾਦੀ ਅਤੇ ਫਾਸ਼ੀਵਾਦ ਦਾ ਹਮਾਇਤੀ ਸੀ। ਇਸ ਤੁੱਚੀ ਨੇ ਮੁੰਜੀ ਦੇ ਨਾਲ ਜਿਹੜਾ ਡਾਕਟਰ BS ਮੁੰਜੇ ਸੀ ਉਹਦੇ ਨਾਲ ਖਤੋ ਕਿਤਾਬਤ ਕੀਤੀ, ਰਿਲੇਸ਼ਨ ਰੱਖਿਆ, ਚਿੱਠੀਆਂ ਪਾਈਆਂ, ਇੱਧਰ ਉੱਧਰ ਜਾਣੀ ਸਾਂਝ ਰੱਖੀ। 1930 ਦੇ ਵਿੱਚ ਇਸੇ ਤੁੱਚੀ ਨੇ ਜੋ ਮੁਸੋਲਿਨੀ ਦਾ ਵਾਰਸ ਸੀ ਅੱਗੇ, ਇਸ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਵੀ ਰਾਬਤਾ ਕੀਤਾ। ਜੋ ਸ਼ਿਆਮਾ ਪ੍ਰਸਾਦ ਮੁਖਰਜੀ ਉਸ ਵਕਤ ਕਲਕੱਤਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ ਤੇ ਬਾਅਦ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਰੂਪ ਜਨਸੰਘ ਦਾ ਬਾਨੀ ਬਣਿਆ ਸੀ। ਤੁਸੀਂ ਵੇਖੋ ਕਿ ਕਿੱਥੋਂ ਸ਼ੁਰੂ ਹੋਈ ਇਹ ਫਾਸ਼ੀਵਾਦੀ ਨਾਜ਼ੀਵਾਦੀ ਸਿਆਸਤ ਤੇ ਇਹ ਸ਼ਿਆਮਾ ਪ੍ਰਸਾਦ ਮੁਖਰਜੀ ਇਸੇ ਜਨਸੰਘ ਦਾ ਆਗੂ ਬਣਿਆ ਜੋ BJP ਦੀ ਮਾਂ ਸੀ। ਇਹਨਾਂ ਦੀ ਮਾਂ ਅੱਗੋਂ RSS ਹੈ ਤੇ ਇਸੇ ਜਨਸੰਘ ਦੀ ਟਿਕਟ ਤੋਂ ਕੈਪਟਨ ਸਾਹਿਬ ਦੇ ਮਾਤਾ ਮਹਾਰਾਣੀ ਮਹਿੰਦਰ ਕੌਰ ਚੋਣ ਲੜੇ ਸੀ। ਯਾਨੀ ਇਹ ਸ਼ਿਆਮਾ ਪ੍ਰਸਾਦ ਮੁਖਰਜੀ ਜੋ RSS ਦਾ ਆਗੂ ਸੀ, ਇਸ ਨੇ ਜਿਹੜੀ ਉਸ ਵਕਤ ਜਨਤਾ ਪਾਰਟੀ ਦੀ ਨੀਂਹ ਰੱਖੀ ਸੀ ਜੋ ਬਾਅਦ ਵਿੱਚ ਭਾਰਤੀ ਜਨਸੰਘ ਦੀ ਨੀਂਹ ਰੱਖੀ ਜੋ ਭਾਰਤ ਦੇ ਵਿੱਚ ਬਾਅਦ ਦੇ ਵਿੱਚ BJP ਬਣੀ। ਤੇ ਇਹ ਤੁੱਚੀ ਡਾਕਟਰ ਮੁੰਜੋ ਨਾਲ ਵੀ ਸਾਂਝ ਰੱਖਦਾ ਸੀ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਜਦੋਂ ਕਲਕੱਤਾ ਯੂਨੀਵਰਸਿਟੀ ਵਾਈਸ ਚਾਂਸਲਰ ਸੀ ਉਸ ਨਾਲ ਵੀ ਸਾਂਝ ਰੱਖਦਾ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਰੂਪ ਜਨਸੰਘ ਦਾ ਬਾਨੀ ਬਣਿਆ ਸੀ, ਚੀਫ ਸੀ ਜਨਸੰਘ ਦਾ। ਤੇ ਆਪਣੇ ਆਕਾ ਫਾਸ਼ੀਵਾਦੀ ਦਾਰਸ਼ਨਿਕ ਜਿਓਵੈਨੀ ਜਟੈਲ ਨੂੰ ਜਿਹੜੀ ਚਿੱਠੀ ਲਿਖੀ ਉਸ ਦੇ ਵਿੱਚ ਟੂਚੀ ਨੇ ਮੁਖਰਜੀ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਕਲਕੱਤਾ ਦੇ ਵਿੱਚ ਆਪਣਾ ਸਭ ਤੋਂ ਅਹਿਮ ਸੰਗੀ ਕਰਾ ਰਿਹਾ। ਜਾਣੀ ਕਿ ਉਸ ਨੇ ਆਪਣੀ ਚਿੱਠੀ ਲਿਖੀ ਜਿਹੜੇ ਨੇ ਆਪਣੇ ਆਕਾ ਨੂੰ ਜਿਓਵੈਨੀ ਜਟੈਲ ਨੂੰ ਕਿ ਇਹ ਜਿਹੜਾ ਸ਼ਿਆਮਾ ਪ੍ਰਸਾਦ ਮੁਖਰਜੀ ਹੈ ਮੇਰਾ ਬਹੁਤ ਨਜ਼ਦੀਕੀ ਹੈ। ਸੋ ਇਹ ਹਵਾਲੇ ਮਾਰਜ਼ੀਆ ਕਾਸੂਲਰੀ ਜੋ ਇਟਾਲੀਅਨ ਇਤਿਹਾਸਕਾਰ ਹੈ ਉਸਨੇ ਦਿੱਤੇ ਨੇ ਕਿ ਹਿੰਦੂਤਵ ਅਤੇ ਫਾਸ਼ੀਵਾਦ ਦੇ ਦਰਮਿਆਨ ਗੰਢ ਧੁੱਪ ਦੇਖਣ ਵਾਲੇ ਪਹਿਲੇ ਵਿਦਵਾਨ ਹੀ ਨਹੀਂ ਸਨ। ਉਂਝ ਹੋਰ ਬਹੁਤ ਸਾਰੇ ਲੋਕਾਂ ਨੇ ਇਸ ਤੇ ਲਿਖਿਆ ਪਰ ਮਾਰਜ਼ੀਆ ਕਾਸੂਲਰੀ ਨੇ ਇਸ ਦੇ ਬਾਰੇ ਬਹੁਤ ਨਿੱਠ ਕੇ ਲਿਖਿਆ। ਉਸ ਦੀ ਖੋਜ ਤੋਂ ਪਤਾ ਲੱਗਦਾ ਕਿ ਸ਼ਾਰਦਾ ਯੂਨੀਵਰਸਿਟੀ ਦੇ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਤੋਂ ਵਾਜਬ ਤੇ ਅਹਿਮ ਸਵਾਲ ਪੁੱਛਿਆ ਸੀ। ਉਹਨਾਂ ਨੂੰ ਜਵਾਬ ਦੇਣ ਤੋਂ ਵਰਜ ਕੇ ਅਧਿਆਪਕ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸ਼ਾਰਦਾ ਯੂਨੀਵਰਸਿਟੀ ਨੇ ਤੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਇਹ ਦਰਸਾ ਦਿੱਤਾ ਕਿ ਉਸ ਸੱਚਾਈ ਸਾਹਮਣੇ ਆਉਣ ਤੋਂ ਕਿੰਨੇ ਖੌਫਜ਼ਦਾ ਨੇ। ਸ਼ਾਇਦ ਉਹਨਾਂ ਤੋਂ ਵੱਧ ਕੇ ਉਹਨਾਂ ਦੇ ਸਿਆਸੀ ਆਕਾ ਡਰੇ ਹੋਏ ਨੇ ਜੋ ਨਹੀਂ ਚਾਹੁੰਦੇ ਕਿ ਅਸੀਂ ਭੁਲਾ ਦਈਏ ਕਿ ਹਿੰਦੂਤਵ ਦੇ ਬਾਨੀ ਅਸਲ ਦੇ ਵਿੱਚ ਯੂਰਪੀਅਨ ਫਾਸ਼ੀਵਾਦ ਤੋਂ ਪ੍ਰਭਾਵਿਤ ਸਨ। ਇਹ ਲੇਖਕ ਇਤਿਹਾਸਕਾਰ ਰਾਮਚੰਦਰ ਗੁਹਾ ਹੋਰਾਂ ਦਾ ਪੱਖ ਹੈ।
सो इस करके जिहड़ा ये सारी गलबात सी, इस दे विच दस्सिया गया कि जर्मन दे हिटलर ते इटली दे मुसोलिनी, जिहदियां मैं तुहानूं महाराजा जिहड़ी किताब आ उहदे विच इन्हां दे भारती महाराजा नाल मुसोलिनी दीयां मुलाकातां ਉਹ भी दर्शाईयां सी। सो RSS आइडियोलॉजी इत्थों बनी। पर अफसोस कि साडी जिहड़ी ज़्यादा लोक आ ਅਸੀਂ इस तरह के गंभीर आर्टिकल नहीं पढ़ते। साडे लिए हाँ चन्नी ने की किया, सिद्धू ने की कहा, चुम्मे वाली भाभी ने की कहा, हरमन चीमे ने की कहा, असी इत्थों तक सीमित हाँ। ठीक है, हल्का फुल्का एंटरटेन करो, मनोरंजन करो, पर जिहड़े गंभीर आर्टिकल ने ना एडिटोरियल खास करके पढ़िया करो। जे पढ़ नहीं सकते तो समा कढ़ के सुन लिया करो, क्योंकि बंदे दी सोच, आइडियोलॉजी, सुभाव, विचरण दा तरीका, खानदानी गुण जेनेटिकली इदां पैदा होंदे ने। जे अज अकाल तख्त दे जथेदार दा बयान आया कि इंडिया पंजाब दे विच मस्जिदां ते चर्चां दा वधना सिखां दे लई सवालिया निशान खड़े करदा, ये गल स्पष्ट है कि श्रोमणी अकाली दल दीयां बीजेपी नाल सांझां बन गईयां ने। जथेदार साहब दा ये बयान किते किते ध्यान डिवर्ट करदा है। इस वक्त जे तुसीं वेखो कि सिख फलसफे नूं सब तो वड्डा खतरा किस तों है? इंडिया दे विच बुद्ध खत्म, जैन खत्म, सिखिज्म दी बारी है। मुस्लिम वैसे बचे ने जां रलगढ़ हो रहे ने ते सिख धर्म घड़े दी मच्छी है इन्हां वास्ते। साडे लोकां च ओही फतूर कि ये तां उदों नहीं खत्म होया जदों ਸਿੰਘਾਂ ਦੇ सिरां दे मुੱਲ पैंदे सी, पर सीमित कित्थे तक है? दो तख्त सिद्धे उन्हां दे प्रभाव च ने ते बाकी दे भी आउण वाले ने। तुसीं बादलां नूं भंडदे हो, जिहड़े दूजे ने उस तो भी गाहां सिरे दे ने। सो इस करके समझना की है, आइडियोलॉजी की है। कांग्रेस और सिख दोनों खत्म होए। 1984 वापरदा जिम्मेवार कौन है? समझो, कहानी नूं समझो। समझाउणा साडी ड्यूटी है, समझना तुहाडी मर्जी ते मुनसर है। सो इसी ये आर्टिकल मैं ला कीता, जरूर अगे वध तो वध शेयर करो, वेले समय कदे बैठ के सुनो। ये चीज़ां थोड़ी जिहियां बोर करदियां ने, पर ये वाकई बोर करदियां ने, जिन्हों आपां पंजाबी च कहने धरती पाड़ के पताल चों पानी कढदियां ने। ये बोर निराशा च ना लाओ, ये बोर पानी वाला बोर लाओ, डीजल वाला बोर लाओ, जिहड़े बहुत डूंघे हुंदे ने। असीं इन्हां चीज़ां तो उकता जाने, असीं हासा ठट्ठा ये वो गाने शाने उत्थों तक सीमित है। हल्कियां फुल्कियां गल्लां, अच्छा साधु सिंह चक लिया, वो पुट्ठा पा लिया, वो सीधा पा लिया, की इहदे नाल होना? असल जिहड़ा नुकसान वड्डा हो रहा ना, वो भी समझण दी जरूरत है नाल। सो इन्हां चीज़ां तो बोर ना होया करो, इन्हां नूं बोर वांगू समझिया करो कि बोर पांडू ते है जां पत्थर ते है। वो चीज़ां समझण दी जरूरत। ते सवेरे 6 वजे हुंदी है मुलाकात, प्रोग्राम दब के शेयर कर दिया करो। गुजारिश बेनती अपने दोस्तों मित्रों तक, ते WhatsApp ग्रुप दे विच शामिल होना तो अपना नंबर जरूर सेंड कर दिया करो, ते अगे लिंक भी फॉरवर्ड कर दिया करो। इन्नी क मेरी बेनती है आपनूं। ते इस दे नाल ही परमिंदर सिंह टिवाणा नूं अज दा प्रोग्राम इत्थे समाप्त करन दी दिओ आ गया। शबा खैर, सत श्री अकाल, जुड़े रहो टिवाणा रेडियो दे नाल।